ਹੋਇਆ ਸੀ ਬਾਟਲਾ ਹਾਊਸ ਵਾਲਾ, ਉੱਥੋਂ ਦੇ ਲੋਕ ਵੀ ਮੈਨੂੰ ਆਪਣੇ ਪਿੰਡ 'ਚ ਲੈ ਕੇ ਗਏ, ਅਸੀਂ ਉੱਥੇ ਵੀ ਗਏ, ਉਹਨਾਂ ਲੋਕਾਂ ਦੀਆਂ ਗੱਲਾਂ ਅਸੀਂ ਸੁਣੀਆਂ। ਲਾਸਟ ਵਿੱਚ ਅਸੀਂ ਉਹਦੀ ਯਾਤਰਾ ਦਾ ਸਮਾਪਨ ਗੰਗਾ ਨਦੀ ਤੇ ਕੀਤਾ ਤੇ ਅਮਰ ਉਜਾਲਾ ਨੇ ਉਹਦੀ ਜਿਹੜੀ ਖਬਰ ਪੇਸ਼ ਕੀਤੀ, ਉਹਨਾਂ ਨੇ ਕਿਹਾ ਕਿ ਜਿਸ ਜਲ, ਕਿਉਂਕਿ ਰਾਧਾ ਭੱਟ ਦਰਬਾਰ ਸਾਹਿਬ ਸਰੋਵਰ ਦਾ ਜਲ ਲੈ ਕੇ ਗਏ ਸਨ ਤੇ ਉਹਨਾਂ ਨੇ ਗੰਗਾ ਨਦੀ 'ਚ ਜਦੋਂ ਉਸ ਜਲ ਨੂੰ ਪਾਇਆ ਤੇ ਉਸ ਵੇਲੇ ਅਮਰ ਉਜਾਲਾ ਦੀ ਖਬਰ ਇਹ ਛਪੀ ਕਿ ਜਿਸ ਤਰ੍ਹਾਂ ਦਿਲਾਂ ਦੇ ਵਿੱਚ ਸਮਾਈ ਹੋ ਜਾਂਦਾ ਹੈ ਤੇ ਜਲ ਤੋਂ ਜਲ ਨੂੰ ਕੱਢਿਆ ਨਹੀਂ ਜਾ ਸਕਦਾ, ਸ਼ਾਇਦ ਸਾਡੇ ਦਿਲ ਵੀ ਇਸ ਤਰ੍ਹਾਂ ਮਿਲ ਜਾਣ। ਇਹ ਸਾਡੇ 2011 ਦੀ ਬਾਤ ਸੀ। ਉਸ ਤੋਂ ਬਾਅਦ ਇੰਡੀਆ ਅਗੇਂਸਟ ਕਰਪਸ਼ਨ ਨੇ ਜਿਹੜੇ ਹਾਲਾਤ ਦੇਸ਼ ਦੇ ਸਾਹਮਣੇ ਪੇਸ਼ ਕੀਤੇ ਤੇ ਪੂਰਾ ਦੇਸ਼ ਇਉਂ ਲੱਗਦਾ ਸੀ ਸ਼ਾਇਦ ਪੂਰਾ ਦੇਸ਼ ਹੀ ਭ੍ਰਿਸ਼ਟਾਚਾਰ सम्मिलित हो गया, पूरा देश ही ऐसे हालात से गुजरा। नतीजा 2014 के चुनाव भी मैं 2017 के चुनाव जी मैं आपका अपना गौरव सा दोस्त ਤੁਹਾਨੂੰ ਦੱਸੀ ਕਿ ਇਸ ਟਾਈਮ ਆਪਾਂ ਲਾਈਵ ਹੋਏ ਆ ਪੰਜਾਬ ਪ੍ਰੈਸ ਕਲੱਬ ਦੇ ਅੰਦਰ, ਜਿੱਥੇ ਆਮ ਆਦਮੀ ਪਾਰਟੀ ਦੀ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਚਿੰਤਤ ਦਾ ਵਿਸ਼ੇ ਜਿਹੜੇ ਹਾਲਾਤ ਨੇ ਪੰਜਾਬ ਦੇ ਅੰਦਰ ਕੀ ਪੈਦਾ ਹੋਣਗੇ ਉਸ ਉੱਤੇ ਕਾਨਫਰੰਸ ਕੀਤੀ ਹੈ। 8 ਮਹੀਨੇ ਦੀ ਸਰਕਾਰ ਦੇ ਕੰਮਕਾਰ ਨੂੰ ਦੇਖਣ ਦਾ ਕੋਸ਼ਿਸ਼ ਕੀਤੀ ਹੈ। ਮੈਨੂੰ ਇਹ ਲੱਗਿਆ ਕਿ ਜੋ 2017 ਵਿੱਚ ਅਸੀਂ ਕਹਿ ਰਹੇ ਸੀ ਉਹ ਸੱਚ ਨਿਕਲਿਆ। ਉਹਦੇ 'ਚ ਕੋਈ ਐਸਾ ਮੈਨੂੰ ਹੁਣ ਲੱਗਿਆ ਨਹੀਂ ਕਿ ਉਹ ਸੱਚ ਸਾਬਿਤ ਹੋ ਗਿਆ ਜੋ ਅਸੀਂ 2017-18 ਵਿੱਚ ਇਹ ਗੱਲ ਕਹੀ ਸੀ। ਮੈਂ ਇਹ ਗੱਲ ਦਾ ਵੀ ਕਹਿਣਾ ਕਿ ਮੇਰੇ ਸਾਹਮਣੇ ਇੱਕ ਬੜਾ ਵੱਡਾ ਸਵਾਲ ਸੀ। ਜਦੋਂ 1982 ਵਿੱਚ ਧਰਮ ਯੁੱਧ ਮੋਰਚਾ ਲੱਗਿਆ ਤੇ 12 ਬੰਦੇ ਲਾਲੜੂ ਵਿੱਚ ਬੱਸ 'ਚੋਂ ਕੱਢ ਕੇ ਮਾਰੇ ਗਏ। ਉਸ ਵੇਲੇ ਮੈਨੂੰ ਸਰਦਾਰ ਹੁਕਮ ਸਿੰਘ, ਮੈਂ ਸਿੰਘ ਸਭਾ ਸਾਹਿਬ ਦੀ ਕਮੇਟੀ ਦਾ ਸੈਕਟਰੀ ਸੀ, ਸਰਦਾਰ ਹੁਕਮ ਸਿੰਘ ਜਿਹੜੇ ਗਵਰਨਰ ਤੇ ਸਪੀਕਰ ਨੇ ਲੋਕ ਸਭਾ ਦੇ, ਉਹਦੇ ਪ੍ਰਧਾਨ ਸਨ, ਉਹਨਾਂ ਨੇ ਮੈਨੂੰ ਸੰਤ ਅਰਜਨ ਸਿੰਘ ਲਾਂਗੋਵਾਲ ਕੋਲ ਭੇਜਿਆ। ਜਦੋਂ ਮੈਂ ਸੰਤ ਅਰਜਨ ਸਿੰਘ ਲਾਂਗੋਵਾਲ ਕੋਲ ਉਹਨਾਂ ਦਾ ਮੈਸੇਜ ਲੈ ਕੇ ਗਿਆ ਤੇ ਜਦੋਂ ਜਿਸ ਮੈਸੇਜ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਮੋਰਚਾ ਹੈ ਇਹ ਥੋੜੀ ਦੇਰ ਵਾਸਤੇ ਸਸਪੈਂਡ ਕਰ ਦੇਣਾ ਚਾਹੀਦਾ ਤਾਂ ਕਿ ਜੁਡੀਸ਼ੀਅਲ ਇਨਕੁਆਇਰੀ ਅਸੀਂ ਇਹਦੀ ਕਰ ਸਕੀਏ। ਪਰ ਸੰਤਾਂ ਨੇ, ਜਦੋਂ ਮੈਂ ਸੰਤਾਂ ਕੋਲ ਗੁਰੂ ਨਾਨਕ ਨਿਵਾਸ ਗਿਆ ਤੇ ਉਹਨਾਂ ਦੇ ਸਾਹਮਣੇ ਉਹ ਪ੍ਰਪੋਜ਼ਲ ਰੱਖੀ, ਅਸੀਂ ਤਾਂ ਬਹੁਤ ਯੰਗ ਸੀ, ਜਦੋਂ ਪ੍ਰਪੋਜ਼ਲ ਰੱਖੀ ਤੇ ਸੰਤਾਂ ਨੇ ਉਸ ਗੱਲ ਨੂੰ ਨਹੀਂ ਮੰਨਿਆ। ਮੈਂ ਵਾਪਸ ਸਰਦਾਰ ਹੁਕਮ ਸਿੰਘ ਜੀ ਨੂੰ ਜਦੋਂ ਜਾ ਕੇ ਦੱਸਿਆ ਤੇ ਉਹ ਕਹਿਣ ਲੱਗੇ ਕਿ 25-30 ਹਜ਼ਾਰ ਜਾਨਾਂ ਜਾਣਗੀਆਂ ਤੇ ਸਿੱਖ ਇਕਨੋਮਿਕਲੀ ਵੀਕ ਹੋਏਗਾ। 1983 ਵਿੱਚ ਉਹ ਅਕਾਲ ਚਲਾਣਾ ਕਰ ਗਏ ਤੇ 1984 ਵਿੱਚ ਕੋਈ ਹੋਇਆ ਜਿਹੜਾ ਉਹਨਾਂ ਨੇ 1982 ਵਿੱਚ ਕੀਤਾ ਸੀ। ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀਆਂ ਸ਼ੰਕਾਵਾਂ ਨੇ ਇਹ ਅਦਰਵਾਈਜ਼ ਨਹੀਂ ਹੁੰਦੀਆਂ, ਇਹਦਾ ਮਤਲਬ ਉਹਦੇ ਪਿੱਛੇ ਕਾਰਨ ਹੁੰਦੇ ਨੇ, ਉਹਦੇ ਵਿੱਚ ਉਹਨਾਂ ਸਿਆਣੇ ਸੱਜਣਾਂ ਦੀ ਕੋਈ ਸੋਚ ਹੁੰਦੀ ਹੈ ਜਿਹਦੇ 'ਚ ਉਹ ਸਾਹਮਣੇ ਨਜ਼ਰ ਆਉਂਦੇ। ਮੈਂ ਕਈ ਵਾਰ ਕਿਹਾ, ਮੈਂ ਉਸ ਵੇਲੇ 2 ਅਕਤੂਬਰ 2022 ਨੂੰ IMCR ਇੰਡੀਅਨ ਮੁਸਲਿਮ ਕਾਉਂਸਿਲ ਆਫ ਰਿਪਰੈਜ਼ੈਂਟੇਟਿਵ ਨੇ ਇੱਕ ਮੀਟਿੰਗ ਰੱਖੀ ਜਿਹਦੇ ਵਿੱਚ ਪ੍ਰਸ਼ਾਂਤ ਕੁਮਾਰ ਵੀ ਸਨ, ਮੇਰਾ ਵੀ ਸੀ, ਵਰਿੰਦਾ ਵੀ ਸਨ ਤੇ ਮੌਲਾਨਾ ਆਜ਼ਾਦ ਦੀ ਬੇਟੀ ਵੀ ਸੀ ਤੇ ਮੁਹੰਮਦ ਅਲੀ ਅਦੀਬ ਜੀ ਸਨ ਜਿਹੜੇ ਰਾਜ ਸਭਾ ਦੇ ਮੈਂਬਰ ਰਹੇ, ਉਹੀ ਉਦੋਂ ਪ੍ਰੀਜ਼ਾਈਡ ਕਰ ਰਹੇ ਸਨ ਤੇ ਸਲਮਾਨ ਖੁਰਸ਼ੀਦ ਜੀ ਵੀ ਉੱਥੇ ਹਨ। ਜਦੋਂ ਸਲਮਾਨ ਖੁਰਸ਼ੀਦ ਜੀ, ਮੈਂ ਉਸ ਵੇਲੇ ਬੋਲਣਾ ਸੀ ਤੇ ਮੈਂ ਸਲਮਾਨ ਖੁਰਸ਼ੀਦ ਜੀ ਨੂੰ 2 ਸਵਾਲ ਕੀਤੇ ਕਿ ਕਾਂਗਰਸ ਨੂੰ ਉਸ ਵੇਲੇ ਸਮਝ ਨਹੀਂ ਆਈ ਜਦੋਂ ਕਾਂਗਰਸ ਬਲੂ ਸਟਾਰ ਆਪਰੇਸ਼ਨ ਬਰਬਾਦ ਰਹੀ ਸੀ। ਅਗਰ ਉਸ ਵੇਲੇ ਸਮਝ ਆ ਜਾਂਦੀ ਤੇ ਅੱਜ ਕਾਂਗਰਸ ਦੇ ਇਹ ਹਾਲਾਤ ਪੈਦਾ ਨਾ ਹੁੰਦੇ, ਅੱਜ ਕਾਂਗਰਸ ਬਚ ਸਕਦੀ ਸੀ। ਉਸ ਵੇਲੇ ਤੁਸੀਂ ਨਹੀਂ ਸੋਚੇ। 1992 ਵੀ ਤੁਹਾਡੀ ਦੇਖ ਰੇਖ ਵਿੱਚ ਹੋਇਆ, ਤੁਸੀਂ ਉਸ ਵੇਲੇ ਵੀ ਨਹੀਂ ਸਮਝ ਸਕੇ ਕਿ ਕਾਂਗਰਸ ਪੂਰੀ ਤਰ੍ਹਾਂ RSS ਦੇ ਥੱਲੇ ਦਬ ਕੇ ਮਰ ਜਾਏਗੀ ਤੇ ਉਹਦੇ ਦਬ ਗਏ। ਭਾਵੇਂ ਇੰਦਰਾ ਗਾਂਧੀ ਨੇ 2 ਜੂਨ 1984 ਨੂੰ ਜਿਹੜੀ ਡੈਕਲੇਰੇਸ਼ਨ ਕੀਤੀ ਉਹਦੇ 'ਚੋਂ ਲਿਖਦੀ ਹੈ ਕਿ ਸਮ ਮਿਸਗਾਈਡਡ ਹਿੰਦੂਜ਼ ਨੇ ਜਿਹੜੇ ਮੇਰੇ ਉੱਤੇ ਪ੍ਰੈਸ਼ਰ ਪਾਇਆ। ਅਡਵਾਨੀ ਜੀ ਨੇ ਆਪ ਮੰਨਿਆ ਮਾਈ ਕੰਟਰੀ ਮਾਈ ਲਾਈਫ ਵਿੱਚ ਕਿ ਅਸੀਂ ਪੰਜਾਬ ਦੇ ਅੰਦਰ ਉਹ ਹਾਲਾਤ ਪੈਦਾ ਕੀਤੇ ਤਾਂ ਕਿ ਬਲੂ ਸਟਾਰ ਆਪਰੇਸ਼ਨ ਸਾਡੇ ਦਬਾਅ ਨਾਲ ਕੀਤਾ ਗਿਆ। ਇਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਸਨ। ਮੈਂ ਕਿਸੇ ਤੇ ਦੋਸ਼ਾਰੋਪਣ ਨਹੀਂ ਕਰਨਾ ਚਾਹ ਰਿਹਾ, ਪਰ ਹਾਲਾਤ ਨੂੰ ਜਦੋਂ ਅਸੀਂ ਦੇਖਦੇ ਹਾਂ, ਜਦੋਂ ਉਹ ਦਰਦ ਸਾਡੇ ਸਾਹਮਣੇ ਆਉਂਦੇ ਨੇ ਤੇ ਜਦੋਂ ਅੱਜ ਪੰਜਾਬ ਦੇ ਹਾਲਾਤ ਮੇਰੇ ਸਾਹਮਣੇ ਨਜ਼ਰ ਆਏ ਨੇ, ਮੈਂ ਦੇਖਦਾ ਕਿ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਅੱਗੇ ਆ ਕੇ ਇਹ ਗੱਲ ਕਹਿ ਰਹੇ ਨੇ ਕਿ ਕਿਹੜੀ ਰਹਿਤ ਮਰਿਆਦਾ ਦੀ ਗੱਲ ਅਸੀਂ ਕਰ ਰਹੇ ਸੀ ਕਿ ਕਿਸੇ ਥਾਂ ਦੇ ਉੱਤੇ ਕੁਰਸੀਆਂ ਕੱਢੀਆਂ ਜਾਣ, ਉਹਨਾਂ ਨੂੰ ਸਾੜ ਦਿੱਤਾ ਜਾਏ, ਇਹ ਹਾਲਾਤ ਪੈਦਾ ਕਰਦੇ ਜਾਣ। ਇਹਦੇ ਅਸਰ ਬਾਹਰ ਕੀ ਪੈਣਗੇ, ਇਹਦੇ ਹਾਲਾਤ ਕੀ ਜਾਣ, ਨਾ ਕਿਸੇ ਨੂੰ ਸਮਝ ਆ ਰਹੀ ਹੈ। ਉਹ ਜਿਸ ਤਰ੍ਹਾਂ ਵੀ ਕਰੀ ਜਾ ਰਹੇ ਨੇ। ਇਹ ਹਾਲਾਤ ਅਸੀਂ 1978 ਤੋਂ ਬਾਅਦ ਅਸੀਂ ਦੇਖੇ ਸਨ। 1978 ਵਿੱਚ ਵੀ
ਅਕਾਲੀ ਦਲ ਦੀ ਸਰਕਾਰ ਸੀ, ਬਾਦਲ ਚੀਫ ਮਿਨਿਸਟਰ ਸਨ, 13 ਮੈਂਬਰ ਸਨ ਅਕਾਲੀ ਦਲ ਦੇ, ਮੈਂਬਰ ਪਾਰਲੀਮੈਂਟ ਸਨ। ਉਸ ਵੇਲੇ ਜਿਹੜੇ 1978 ਚ ਹਾਲਾਤ ਹੋਏ ਉਹੀ 1984-82 ਤੱਕ ਗਏ। तो मैनू ये दर्द है, मैं तुहानू अज तकलीफ इस करके नहीं दी कि मैंने कोई खास वो कारण सी, मैं तुहाडे विचकार आके वो दर्द जेड़ा बाहर बैठा सिख है ਉਹਦੇ ਉਹ दर्द ने, उन्होंने उस दर्द ਨੂੰ सहा कि पंजाब ਵਿੱਚ फिर तो वही दर्द पैदा होना कि जिम्मेदारी साडी नहीं है। मैं कई बार ਅਸੀਂ सोचते हैं कि जर्नलिज्म ਜਿਹੜਾ है ये बहुत चौथा स्तंभ है, चौथा पिलर है आजाद देश की गणतंत्र का, लोकतंत्र का चौथा पिलर है कि साडा लोकतंत्र इस तरीके दे नाल बीत जाएगा। इस हालात पार्टियां दे जेड़े हालात ने साडे सामने ने, जेड़े हालात बनते जा रहे हैं वो साडे सामने ने। सरकारां दिल्ली तो कंट्रोल हो रही ने, सरकार इत्थे दी चल ही नहीं रही। जेड़े 8 महीने के तजर्बे ने, अज जिस तरह का गैंगस्टर का हालात पैदा हो रहे हैं वो की निकलेगा कि पंजाब नूं फिर उस रस्ते ते पा दिता जाए, ये सवाल होने चाहिए। मैं अकाल तख्त के जथेदार नूं भी अपील करदा ਤੇ मैं श्रोमणी गुरुद्वारा प्रबंधक कमेटी के प्रधान ਨੂੰ भी अपील करना कि उन्होंने ये समझ लेना चाहिए कि मुड़ के अगर वो हालात होए तो बाहर जो बैठा सिख है वो किस हालात विचों गुजरेगा, उन्होंने उसकी समझ आ जानी चाहिए। मैं तुहाडे माध्यम नाल ये मैसेज सारिਆਂ ਨੂੰ देना चाहना कि पंजाब मुड़ के उसे ਵੱਲ ਵੱਧ ਰਿਹਾ है, ਇਹਦੀ ਮੈਨੂੰ चिंता भी है, ਇਹਦਾ ਮੈਨੂੰ ਫਿਕਰ भी। तीसरी गल ਜਿਹੜੀ ਅਸੀਂ कहना चाहते हैं कि एक पासे ਤੁਸੀਂ खालसा राज की बात करते हो, सिख राज की बात करते हो, ਤੁਹਾਨੂੰ ਸਿੱਖ ਰਾਜ कैसा चाहिए? ਤੁਸੀਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਚਾਹੀਦਾ। ਹੁਣ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਾ ਇੱਕ ਪੁਰਖਾ ਰਾਜ ਸੀ, ਉਹ ਤਾਂ ਬਾਦਸ਼ਾਹੀ ਸੀ, ਉਹ ਤਾਂ ਰਾਜਸ਼ਾਹੀ ਸੀ। ਅੱਜ ਅਸੀਂ ਲੋਕਤੰਤਰ ਨੂੰ ਤੋੜ ਕੇ ਅਸੀਂ ਰਾਜਸ਼ਾਹੀ ਵੱਲ ਵੱਧ ਜਾਈਏ। ਮੈਂ ਉਹਨਾਂ ਕੋਲ ਪੁੱਛਣਾ ਚਾਹੁੰਦਾ ਜਿਹੜੇ ਅੰਮ੍ਰਿਤ ਛਕਾਣ ਦੀ ਗੱਲ ਕਰਦੇ। ਅੰਮ੍ਰਿਤ ਛਕਣਾ ਇੱਕ ਸ਼ਬਦ ਗ੍ਰਹਿ ਸਮਝ ਟੇਕ ओथ टेकिंग सैरेमनी है। ਅਸੀਂ ओथ ਲੈਨੇ ਕਿ ਅਸੀਂ ਇਹ ਕੰਮ ਕਰਾਂਗੇ, ਅਸੀਂ ਇਹ ਕੰਮ ਨਹੀਂ ਕਰਾਂਗੇ। और अमृत च ऐसी केड़ी गल आ गई जिहदे नाल तुसी अज ही नशे बंद कर दोगे, अज ही तुसी नशे तो दूर हो जाओगे, अज ही ते कल नूं तुसी जब नशे च आ जाओगे फिर कौन जिम्मेदार होएगा? फिर तुसी उस वेले अमृत का की करोगे? ये सवाल उठने चाहिए सन, पर किसी ने ये सवाल नहीं उठाए। हालांकि मैं इस सवाल नूं इस करके उठा रहा कि ये किहड़े अमृत छकाण का पै गया। जिसने भी छकना है उसको छकना चाहिए, जिसना भी जेड़ा भी गुरु पंथ का हिस्सा बनना चाहता उसको बनना चाहिए, कोई इतराज नहीं। ਅਸੀਂ ਕੇਵਲ ਤੇ ਕੇਵਲ ਅੱਜ ਦੇ ਹਾਲਾਤ ਵਿੱਚ ਵੀ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹਦੇ 15 ਭਗਤ ਵੀ ਬੈਠੇ ਨੇ। ਪੂਰਾ ਉਸ ਵੇਲੇ ਦੇ ਹਿੰਦੁਸਤਾਨ ਨੂੰ ਅਗਰ ਕੋਈ ਰਿਪਰੈਜ਼ੈਂਟ ਗ੍ਰੰਥ ਕਰ ਸਕਦਾ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਹਦੇ ਵਿੱਚ ਫਰੀਦ ਵੀ ਬੈਠਾ, ਕਬੀਰ ਵੀ ਬੈਠਾ, ਨਾਮਦੇਵ ਵੀ ਬੈਠਾ, ਸਾਰੇ ਬੈਠੇ ਨੇ। ਅਸੀਂ ਉਹਦੇ ਅੱਗੇ ਮੱਥਾ ਟੇਕਦੇ ਹਾਂ। ਹੁਣ ਇਹ ਸਵਾਲ ਖੜਾ ਕੀਤਾ ਜਾਏ ਕਿ ਕੁਰਸੀਆਂ ਲਗਾ ਜਦੋਂ ਸਿੰਘ ਸਭਾ मूवमेंट खड़ी हुई सी, जो अकाली लहर मूवमेंट खड़ी हुई सी, शायद अज का नौजवान उसको समझ नहीं चाहता। उसने महंत गदैले ला के बैठते सन, अज कोई गदैले ला के बैठता उत्थे सामने। ये सवाल क्यों नहीं उठना चाहिए? ये सवाल उठने चाहिए। अगर सिक्खी को प्रभावित कर रहे हैं तो ये सवाल भी उठने चाहिए कि कोई गदैले ला के थोड़ी बैठे ने, कोई बुजुर्ग जाके बैठते हैं। अगर पीछे जाके कुर्सियां पईयां ने तो केड़ी गैर मर्यादा लिखा है कि पीछे बैठ नहीं सकते? क्यों गुरु ग्रंथ साहब जी महाराज के बराबर तक कोई नहीं बैठता। हरमंदिर साहब इस करके नहीं बैठते कि हरमंदिर साहब दरबार साहब का जो प्रकाश होता वो नीवे होंगे, उस तरह नहीं होता प्रकाश। गुरुद्वारे तो प्रकाश उचली थां से होंगे। तो कोई सवाल, कोई सिख भी सवाल उठाना नहीं चाहता, ना श्रोमणी गुरुद्वारा प्रबंधक कमेटी उठाना चाहती है, ना श्री अकाल तख्त साहब पर कोई सवाल उठाना चाहते हैं, ना ही अकाल तख्त साहब वालों कोई ऐसा हुक्म जारी किया जाता। तुसी चौथे दिन तो हुक्म जारी करते हो ते इहदे कोई हुक्म जारी नहीं कर रहे। तो ये सारियां गल्लां लैके एक तीसरी गल जिहड़ी है साडे माने सी कि की सरकारां हुणे इलैक्शन होए ने, हिमाचल का भी होया, गुजरात का भी होया, ਤੇ ਹੁਣੇ ਇੱਕ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਨੇ। ਅਸੀਂ ਤਾਂ 2015 ਵਿੱਚ ਉਸ ਵੇਲੇ ਕਿਹਾ ਸੀ, ਉਸ ਵੇਲੇ ਵੀ ਕਾਂਗਰਸ ਦੇ ਸਾਹਮਣੇ ਅਸੀਂ ਲਿਖਿਆ ਸੀ ਕਿ ਤੁਸੀਂ ਇਹ ਜਿਹੜਾ ਰਸਤਾ ਤੁਸੀਂ ਪਿਛਲੇ 40 ਸਾਲ ਤੋਂ ਅਪਣਾਇਆ ਉਹਦੇ ਨਤੀਜੇ ਇਹ ਹੀ ਹੋਣਗੇ, ਤੁਹਾਨੂੰ 40 ਸੀਟਾਂ ਤੋਂ ਵੱਧ ਨਹੀਂ ਮਿਲ ਸਕਦੀਆਂ। ਜਿਹੜੇ ਹਾਲਾਤ ਨੇ ਤੁਸੀਂ एक पास मंदिर मंदिर घूमना चाहते हो, एक पास जिन्हें उधारी देखना चाहते हो, तो तुम 40 सीटों तो बाद किवें मिल जाएगी? जी कांग्रेस ये सोचती सी कि मैं सारे लैके चला। 40 साल पहला ब्लू स्टार ऑपरेशन कराता, फिर बाबरी मस्जिद का हालात पैदा करते, तो हुण तुहाडे कोल मुसलमान भी चला गया, हुण तुहाडे कोल सिख भी चला गया, तो हुण तुहानूं वोट किहड़ा पाएगा? जिहड़ा वोट पाएगा वो तो कंसोलीडेट हो गया।
ਉਹ ਤਾਂ ਵੋਟ ਉਸ ਨੂੰ ਪਾ ਰਿਹਾ ਜਿਹੜਾ 2019 ਵਿੱਚ ਹਿੰਦੂ ਹਿਰਦੇ ਸਮਰਾਟ ਨੂੰ ਵੋਟ ਪਿਆ ਸੀ। ਅੱਜ ਤੋਂ ਕੰਸੋਲੀਡੇਸ਼ਨ ਵਿੱਚ ਤਾਂ ਤੁਸੀਂ ਕਿਹੜੇ ਵੋਟ ਦੀ ਆਸ ਲਾ ਕੇ ਬੈਠੇ? ਤਾਂ ਤੁਸੀਂ ਭਾਰਤੀ ਯਾਤਰਾ ਕਰੋ, ਭਾਰਤ ਜੋੜੋ ਯਾਤਰਾ। ਭਾਰਤ ਕਿਵੇਂ ਜੁੜੇਗਾ ਜਦ ਤੱਕ ਤੁਸੀਂ ਕੌਮਾਂ ਨੂੰ ਨਾਲ ਲੈ ਕੇ ਨਹੀਂ ਚੱਲੋਗੇ? ਮੈਂ ਕਈ ਵਾਰ ਕਹਿਣਾ ਕਿ ਜਦੋਂ ਸਿੱਖਾਂ ਦੇ ਸਾਹਮਣੇ ਤੇ ਤੁਸੀਂ ਮੁਸਲਮਾਨਾਂ ਦੇ ਸਾਹਮਣੇ ਗਾਂਧੀ ਨੇ ਇਹ ਇਨਸ਼ੋਰ ਕੀਤਾ ਕਿ ਤੁਹਾਡੀ ਕਲਚਰ, ਤੁਹਾਡਾ ਧਰਮ, ਤੁਹਾਡੀ ਸਹਿਮਤੀ ਤੇ ਤੁਹਾਡੀ ਇੱਜ਼ਤ ਤੇ ਮਾਣ ਮਰਿਆਦਾ ਨੂੰ ਮੇਨਟੇਨ ਕੀਤਾ ਜਾਏਗਾ, ਤੇ 1948 ਗਾਂਧੀ ਨੂੰ ਮਾਰਤਾ। ਮੈਂ ਉਸ ਦਿਨ ਸਲਮਾਨ ਖੁਰਸ਼ੀਦ ਦੇ ਸਾਹਮਣੇ ਕਿਹਾ ਕਿ ਜਦੋਂ ਗਾਂਧੀ ਮਰ ਗਿਆ ਉਸ ਤੋਂ ਬਾਅਦ 2014 ਤੋਂ ਬਾਅਦ ਤੱਕ ਗਾਂਧੀ ਦੇ ਵਿਚਾਰ ਹੀ ਖਤਮ ਹੋ ਗਏ, ਤੇ ਕਿਹੜੀ ਚੀਜ਼ ਐਕਸਪੈਕਟ ਕਰਦੇ ਹਾਂ ਅਸੀਂ? ਸੋ ਇਹ ਸਾਰੀਆਂ ਵਿਚਾਰਾਂ ਸਾਡੇ ਸਾਹਮਣੇ, ਦਰਦ ਸਾਡੇ ਸਾਹਮਣੇ, ਇਹਨਾਂ ਦਰਦਾਂ ਨੂੰ ਮੈਂ ਤਾਂ ਤੁਹਾਡੇ ਸਾਹਮਣੇ ਹੱਲ ਕੀ ਸਮਝਦੇ ਹੋ ਜੀ ਇਹ ਸਾਰੀ ਚਿੰਤਾ ਦਾ? ਅਸੀਂ ਮੇਨ ਮੁੱਦੇ ਦੇ ਮੇਨ ਇਹ ਤੁਹਾਡਾ ਸਵਾਲ ਬਹੁਤ ਜਾਇਜ਼ ਹੈ ਕਿ ਮੈਂ ਕਹਾਂ ਕਿ ਮੇਰੇ ਕੋਲ ਕੋਈ ਇਸ ਸਵਾਲ ਦਾ ਜਵਾਬ ਹੋਏਗਾ, ਬਹੁਤ ਮੁਸ਼ਕਿਲ ਜਵਾਬ। ਇਹੀ ਸਵਾਲ ਕਿਉਂਕਿ ਤੁਸੀਂ ਇੱਕ ਗੱਲ ਕਹਿ ਰਹੇ ਹੋ ਕਿ ਪ੍ਰਚਾਰ ਦਾ ਕਿਹੜਾ ਅੰਮ੍ਰਿਤ ਦੇ ਵੀ ਗੱਲ ਕੀਤੀ ਹੈ ਤੇ ਕਾਂਗਰਸ ਨੂੰ ਲੈ ਕੇ ਬਾਬਰੀ ਮਸਜਿਦ ਦੀ ਵੀ ਗੱਲ ਕੀਤੀ ਹੈ। ਠੀਕ ਹੈ, ਇਹ ਜਿਹੜਾ ਇੰਡੀਆ ਬੇਸਿਕਲੀ ਇੰਡੀਆ ਇਹ ਇਟਸ ਅ ਮਿਕਸਚਰ ਆਫ ਡਿਫਰੈਂਟ ਰਿਲੀਜੀਅਸ, ਠੀਕ ਹੈ ਨਾ। ਜਿਹੜੀ ਇੱਕ ਪਾਸੇ ਅਸੀਂ ਡੈਮੋਕ੍ਰੇਸੀ ਦੀ ਤਾਂ ਗੱਲ ਕਰਦੇ ਹਾਂ ਕਿ ਡੈਮੋਕ੍ਰੇਸੀ ਵਿੱਚ ਤੇ ਧਰਮ ਦੀ ਕੋਈ ਗੱਲ ਹੀ ਨਹੀਂ ਹੋਣੀ ਚਾਹੀਦੀ। ਅੱਜ ਦੀ ਡੇਟ ਦੇ ਵਿੱਚ ਅਸੀਂ ਹਰ ਸਰਕਾਰ ਦੇ ਵਿੱਚ ਵੇਖੀਏ ਤੇ ਭਾਈਚਾਰੇ ਦੀ ਵੋਟ ਦੇ ਮੁਤਾਬਕ ਉਹਨੂੰ ਅਹੁਦਾ ਦੇ ਦਿੱਤਾ ਜਾਂਦਾ ਵੀ ਜੇਕਰ ਅੱਜ ਸਿੱਖਾਂ ਦੀ ਨੁਮਾਇੰਦਗੀ ਜ਼ਿਆਦਾ ਕਰਦੇ ਆ ਤੇ ਇਹਨੂੰ ਵੱਡਾ ਅਹੁਦਾ ਦੇ ਦਿਓ, ਜੇਕਰ ਕੋਈ ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਵੱਡੀ ਕਰ ਰਿਹਾ ਤੇ ਉਹਨੂੰ ਜ਼ਿਆਦਾ ਦੇ ਰਹੇ ਹੋ। ਆਲ ਡੈਮੋਕ੍ਰੇਸੀ ਦੇ ਜੇ ਤੁਸੀਂ ਡੈਮੋਗ੍ਰਾਫੀ ਦੇ ਵਿੱਚ ਵੇਖੋ ਤੇ ਧਰਮ ਦੇ ਸਿਆਸਤ ਇਕੱਠੀ ਚੱਲ ਰਹੀ ਹੈ, ਚਾਹੇ ਗੁਰੂਆਂ ਕਾਲ ਵੇਲੇ ਲਾ ਲਓ, ਚਾਹੇ ਹੁਣ ਵੀ ਸਿਆਸਤ ਲਾ ਲਓ। ਜੇ ਕਿਸੇ ਨੂੰ ਚੇਅਰਮੈਨ ਲਾਇਆ ਜਾਂਦਾ ਹੈ, ਕਿਸੇ ਨੂੰ ਉਤਾਰਿਆ ਜਾਂਦਾ ਹੈ, ਉਹਦੇ ਪਿੱਛੇ ਉਹਦੇ ਭਾਈਚਾਰੇ ਦਾ ਵੋਟ ਬੈਂਕ ਵੇਖਿਆ ਜਾਂਦਾ ਹੈ। ਫਿਰ ਤੁਸੀਂ ਕਿਵੇਂ ਨਾ ਸਮਝੋ ਕਿ ਹਰ ਧਰਮ ਆਪਣਾ ਪ੍ਰਚਾਰ ਕਰਕੇ ਆਪਣੀ ਤਾਦਾਦ ਵਧਾਏਗਾ ਤਾਂ ਜੋ ਸਾਡੀ ਸੁਣਵਾਈ ਹੋ ਸਕੇ। ਤੁਹਾਡੀ ਗੱਲ ਜਾਇਜ਼ ਹੈ। ਮੇਰਾ ਕੇਵਲ ਤੇ ਕੇਵਲ ਇਤਨਾ ਹੈ ਕਿ ਇਹਦੇ 'ਚ ਕੋਈ ਇਤਰਾਜ਼ ਨਹੀਂ ਹੋ ਸਕਦਾ ਕਿ ਜੇ ਸਿੱਖ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ, ਮੁਸਲਮਾਨ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ, ਈਸਾਈ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ, ਹਿੰਦੂਆਂ ਨੂੰ ਵੀ ਉਤਨਾ ਹੱਕ ਹੈ ਕਿ ਉਹ ਆਪਣੇ ਧਰਮ ਦਾ ਪ੍ਰਚਾਰ ਕਰਨ। ਇਹਦੇ 'ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਪਰ ਧਰਮਾਂ ਦੇ ਪ੍ਰਚਾਰ ਕਰਦੇ ਹੋਏ ਇੱਕ ਦੂਜੇ ਦੇ ਅੰਦਰ ਕੜਵਾਹਟ ਪੈਦਾ ਕਰਦੇ ਨੇ, ਇਹਨੂੰ ਤਾਂ ਸਾਨੂੰ ਇਤਰਾਜ਼ ਹੋ ਸਕਦਾ। ਕੜਵਾਹਟ ਕਿਸ ਤਰ੍ਹਾਂ ਤੁਸੀਂ ਜਿਹੜੀ ਕੜਵਾਹਟ ਅਸੀਂ, ਕਿਉਂਕਿ ਜਦੋਂ ਆਪਣੇ ਧਰਮ ਦੀ ਕੋਈ ਗੱਲ ਕਰਨੀ ਹੈ, ਚਾਹੇ ਅਸੀਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਤੋਂ ਝਾਤ ਮਾਰ ਲਈਏ, ਜਦੋਂ ਹਰਿਦੁਆਰ ਜਾ ਕੇ ਗੁਰੂ ਨਾਨਕ ਸਾਹਿਬ ਨੇ ਸੂਰਜ ਦੇ ਦੂਸਰੇ ਪਾਸੇ ਪਾਣੀ ਪਾਇਆ ਸੀ ਤੇ ਤਾਂ ਵੀ ਤਾਂ ਇੱਕ ਸੰਦੇਸ਼ ਇਹੀ ਸੀਗਾ ਕਿ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ। ਜੇਕਰ ਇੱਕ ਸਿੱਧੇ ਸੰਦੇਸ਼ ਦੀ ਅਸੀਂ ਗੱਲ ਕਰਦੇ ਹਾਂ, ਜੇਕਰ ਇੱਕ ਸਿੱਧੇ ਸੰਦੇਸ਼ ਦੀ ਹੈ, ਉਹਦੇ ਵਿੱਚ ਜੇਕਰ ਤੁਸੀਂ ਦੂਸਰੇ ਐਂਗਲ ਦੇ ਰਾਹੀਂ ਦੇਖੋਗੇ ਫਿਰ ਤਾਂ ਕੜਵਾਹਟ ਹੈਗੀ ਹੈ। ਜੇ ਅਗਰ ਹਿੰਦੂ ਭਾਈਚਾਰਾ ਆਪਣੀ ਕੋਈ ਗੱਲ ਕਰ ਰਿਹਾ, ਜੇਕਰ ਦੂਸਰੇ ਧਰਮ ਨੂੰ ਇਸ ਚੀਜ਼ ਨਾਲ ਵੇਖਣਗੇ ਵੀ ਉਹ ਆਪਣੀ ਗੱਲ ਕਿਉਂ ਕਰ ਰਿਹਾ, ਅੱਜ ਮੁਸਲਿਮ ਆਪਣੀ ਗੱਲ ਕਰਨਗੇ, ਸਿੱਖ ਆਪਣੀ ਗੱਲ ਕਰਨਗੇ, ਹਰ ਧਰਮ ਉਹਨੂੰ ਦੂਸਰੇ ਐਂਗਲ ਦੇ ਨਾਲ ਵੇਖੇਗਾ ਤੇ ਕਿਵੇਂ ਨਾ ਤੁਸੀਂ ਸਮਝੋਗੇ ਵੀ ਕੜਵਾਹਟ ਪੈਦਾ ਨਹੀਂ ਹੋਏਗੀ। ਕਿਉਂਕਿ ਜੇ ਤੁਸੀਂ ਆਪਣੀ ਗੱਲ ਕਰਨੀ ਹੈ ਦੂਸਰੇ ਨੂੰ ਤਾਂ ਚੁੱਪਣੀ ਹੈ। ਦੇਖੋ ਇੱਕ ਗੱਲ ਹੈ ਕਿ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਅਸੀਂ ਦੇਖਦੇ ਹਾਂ, ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਰੂ ਗੋਬਿੰਦ ਰਾਏ ਤਾਂ 10ਵੇਂ ਗੁਰੂ ਸਨ, ਪਰ ਜਦੋਂ ਗੁਰੂ ਗੋਬਿੰਦ ਸਿੰਘ ਬਣਨ ਲੱਗੇ ਉਹ ਜਰਨੀ ਸਾਨੂੰ ਸਮਝ ਆ ਜਾਣੀ ਚਾਹੀਦੀ, ਖਾਸ ਤੌਰ ਤੇ ਸਿੱਖਾਂ ਨੂੰ। ਗੋਬਿੰਦ ਰਾਏ ਜਦੋਂ ਗੋਬਿੰਦ ਸਿੰਘ ਬਣਦੇ ਨੇ ਉਸਨੇ ਪੰਚਾਇਤ ਨੂੰ ਬਣਾ ਦਿੰਦੇ ਨੇ, ਪੰਚਾਇਤ ਗੁਰੂ ਬਣ ਜਾਂਦੀ ਹੈ, ਪੰਜ ਪਿਆਰਾ ਗੁਰੂ ਬਣ ਜਾਂਦਾ ਹੈ, ਵਿਅਕਤੀ ਗੁਰੂ ਨਹੀਂ ਰਹਿੰਦਾ, ਵਿਅਕਤੀ ਸਮਾਪਤ ਹੁੰਦਾ। ਇਹਦਾ ਮਤਲਬ ਵੱਡੀ ਅਮੈਂਡਮੈਂਟ ਹੋਈ ਕਿ ਜਿਹਦੇ ਨਾਲ ਵਿਅਕਤੀ ਨੂੰ ਸਮਾਹਿਤ ਕਰ ਦਿੱਤਾ ਹੈ। ਉਸ ਤੋਂ ਬਾਅਦ ਪੰਚਾਇਤ ਦੇ ਜਿਹੜੀ ਪੰਚਾਇਤ ਫੈਸਲਾ ਕਰਦੀ ਸੀ, ਅੱਜ ਵੀ ਅਸੀਂ ਕਹਿੰਦੇ ਹਾਂ ਗਣਤੰਤਰ ਦਾ ਸਿੱਖੀ ਦਾ ਜਿਹੜਾ ਵਿਚਾਰ ਹੈ ਉਹ ਸੰਗਤ ਤੇ ਪੰਗਤ, ਉਹ ਵਿਅਕਤੀ ਨਹੀਂ। ਜਦੋਂ ਵਿਅਕਤੀ ਨਹੀਂ ਹੈ ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਵਿਅਕਤੀ ਨੂੰ ਸਮਾਹਿਤ ਕਰਕੇ ਪੰਚਾਇਤੀ ਰਾਜ ਇੰਸਟੀਟਿਊਸ਼ਨ ਦਾ ਸਥਾਪਨਾ ਕੀਤੀ ਤੇ ਅੱਜ ਵੀ President of India is to abide by the advice of the Council of Ministers। ਇਹ ਕਿਹੜਾ ਹੈ? ਇਸੇ ਕਰਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਂ ਪਿਆਰਿਆਂ ਦੀ ਗੱਲ ਕਹੀ ਤੇ ਉਹਨਾਂ ਨੂੰ ਇਹ ਕਿਹਾ ਕਿ ਤੂੰ ਜਦ ਤੱਕ ਇਹਨਾਂ ਦੀ ਸਲਾਹ ਦੇ ਨਾਲ ਕੰਮ ਕਰੇਗਾ ਤੂੰ ਅੱਗੇ ਵੱਧਦਾ ਚਲਾ ਜਾਏਗਾ। ਇਹਦਾ ਮਤਲਬ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਅੱਜ ਦੇ ਹਾਲਾਤ ਵਿੱਚ, ਜਿਸ ਲੋਕਤੰਤਰ ਦੀ ਅੱਜ ਅਸੀਂ ਬਾਤ ਕਰ, ਸਾਨੂੰ ਅੱਜ ਦੇ ਹਾਲਾਤ ਵਿੱਚੋਂ ਸਮਝਣਾ ਚਾਹੀਦਾ। ਪਿਛਲੀਆਂ ਸਾਡੀਆਂ ਜਿਹੜੀ ਸੋਚ ਹੈ
ਸਾਡੇ ਅੱਜ ਕੋਈ ਸਾਨੂੰ ਇਹ ਤਾਂ ਨਹੀਂ ਕਹਿ ਰਿਹਾ ਕਿ ਜਾ ਕੇ ਤੁਸੀਂ ਹਰਿਦੁਆਰ 'ਚ ਤੁਸੀਂ ਜਲ ਚੜਾਓ ਜਾਂ ਨਾ ਚੜਾਓ, ਤੁਹਾਡੀ ਮਰਜ਼ੀ ਹੈ, ਤੁਸੀਂ ਚੜਾਓ, ਤੁਸੀਂ ਕੋਈ ਗੁਰਦੁਆਰੇ ਜਾਂਦਾ ਤੁਹਾਡੀ ਮਰਜ਼ੀ ਹੈ, ਗੁਰਦੁਆਰੇ ਜਾਏ ਨਾ ਜਾਏ ਉਹਦੀ ਮਰਜ਼ੀ ਤੇ। ਕੋਈ ਯਿਸੂ ਮਸੀਹ ਦੇ ਸਾਹਮਣੇ ਜਾਣਾ ਚਾਹੁੰਦਾ ਉਹ ਜਾਏ ਨਾ ਜਾਏ, ਸਾਡੇ ਕੋਲ ਧੱਕਾ, ਸਾਡੇ ਕੋਲ ਜ਼ੋਰ ਜ਼ਬਰਦਸਤੀ। ਐਵਰੀ ਰਿਲੀਜਨ ਹੈਜ਼ ਇਟਸ ਓਨ ਟਾਈਮ। ਮੇਰਾ ਇਹ ਕਹਿਣਾ ਹੈ ਕਿ ਇਹ ਜਿਹੜੀ ਕੜਵਾਹਟ ਮੈਂ ਗੱਲ ਕਹੀ ਹੈ, ਇਹ ਕੜਵਾਹਟ ਇਹ ਪੈਦਾ ਹੋਈ ਹੈ ਕਿ ਜਦੋਂ ਤੁਸੀਂ ਈਸਾਈਆਂ ਦੇ ਪ੍ਰਤੀ ਇਹ ਪੈਦਾ ਕੀਤਾ, ਉਹ ਠੀਕ ਸਨ ਜਾਂ ਗਲਤ ਸਨ, ਇਹ ਸਰਕਾਰ ਦਾ ਕੰਮ ਹੈ। ਅਗਰ ਉਹ ਗਲਤ ਕੰਮ ਕਰ ਰਹੇ ਨੇ, ਉਹ ਸੰਵਿਧਾਨਕ ਤੌਰ ਤੇ ਠੀਕ ਨਹੀਂ ਹੈ, ਉਹ ਕੋਈ ਗਲਤੀ ਕਰ ਰਹੇ, ਉਹਨਾਂ ਦਾ ਕੰਮ ਹੈ, ਉਹਦੇ ਮੇਰਾ ਕੀ ਲੈਣਾ ਦੇਣਾ। ਅਗਰ ਮੇਰੇ ਧਰਮ ਦੇ ਉੱਤੇ ਕੋਈ ਸਵਾਲ ਖੜਾ ਕਰਦਾ ਤੇ ਮੇਰਾ ਫਰਜ਼ ਬਣਦਾ ਕਿ ਮੈਂ ਆਪਣੇ ਧਰਮ ਦੀ ਬਾਤ ਕਰਾਂ। ਇਹ ਸਵਾਲ ਧਰਮ ਦੇ ਉੱਤੇ ਆ ਰਿਹਾ ਸੀਗਾ, ਤਾਂ ਹੀ ਤੇ ਉਹਨਾਂ ਨੇ ਗੱਲ ਕੀਤੀ। ਕੀ ਧਰਮ ਦੇ ਉੱਤੇ ਸਵਾਲ? ਧਰਮ ਦੇ ਉੱਤੇ ਸਵਾਲ ਇਹੀ ਆ ਰਿਹਾ ਸੀਗਾ ਨਾ ਵੀ ਉਹਨੂੰ ਭਰਮਾ ਕੇ, ਇਲਜ਼ਾਮ ਇਹ ਲੱਗਾ ਸੀਗਾ ਵੀ ਭਰਮਾ ਕੇ ਔਰ ਉਹ ਆਪਣਾ ਪ੍ਰਚਾਰ ਕਰੋ। ਮੈਂ ਬੇਨਤੀ ਕਰਦੇ ਹਾਂ, ਇਹ ਜਿਹੜਾ ਪ੍ਰਮਾਣ ਵਾਲਾ ਸਵਾਲ ਹੈ, ਇਹ ਜਿਹੜੇ ਲਵ ਜਿਹਾਦ ਤੇ ਇਹ ਜਿਹਾਦ ਤੇ ਉਹ ਜਹਾਦ, ਇਹ ਜਦੋਂ ਵੀ ਇਹੋ ਜਿਹੇ ਕੰਮ ਹੁੰਦੇ ਨੇ ਇਹ ਕੜਵਾਹਟ ਹੀ ਪੈਦਾ ਕਰਨਗੇ। ਉਹੀ ਤੇ ਗੱਲ ਕਰ ਰਹੇ ਨਾ। ਇਹਦਾ ਹੱਲ ਕੀ ਹੈ? ਇਹਦਾ ਹੱਲ ਇਹ ਹੈ ਕਿ ਹਰ ਇੱਕ ਨੂੰ ਆਪਣੇ ਧਰਮ ਦੀ ਸੋਚ ਤੇ ਚਿੰਤਨ ਰੱਖਣਾ ਚਾਹੀਦਾ ਹੈ। ਸਿੱਖ ਚਿੰਤਨ ਨੇ, ਗੁਰੂਆਂ ਨੇ ਸੰਵਾਦ ਦੀ ਬਾਤ ਕੀਤੀ, ਵਿਵਾਦ ਦੀ ਗੱਲ। ਇਸ ਕਰਕੇ ਸਾਨੂੰ ਸੰਵਾਦ ਕਰਨਾ ਚਾਹੀਦਾ ਹੈ, ਇੱਕ ਦੂਜੇ ਨੂੰ ਸਮਝਣਾ ਚਾਹੀਦਾ ਹੈ। ਅਗਰ ਕੋਈ ਗਲਤੀ ਕਰ ਰਿਹਾ ਤਾਂ ਉਹਦਾ ਸਮਾਜ ਉਸ ਨੂੰ ਰੋਕੇਗਾ, ਉਸ ਨੂੰ ਸਮਝਾਏਗਾ। ਇਹ ਸਾਡਾ ਕੰਮ ਨਹੀਂ ਹੈ ਕਿ ਕਿਸੇ ਨੂੰ ਜ਼ੋਰ ਜ਼ਬਰਦਸਤੀ ਅਸੀਂ ਇਹ ਕੰਮ, ਤੇ ਫਿਰ ਤਾਂ ਅਸੀਂ ਉਹੀ ਹਾਲਾਤ ਪੈਦਾ ਕਰੀਏ ਜਿਨ੍ਹਾਂ ਹਾਲਾਤਾਂ ਨੂੰ ਗੁਰੂਆਂ ਨੇ ਚੈਲੰਜ ਕੀਤਾ। ਸੋ ਮੇਰੀ ਬੇਨਤੀ ਹੈ ਕਿ ਮੇਰਾ ਤੁਹਾਡੇ ਸਾਹਮਣੇ ਅਰਜ਼ ਇਤਨੀ ਹੈ ਕਿ ਤੁਹਾਡੇ ਮਾਧਿਅਮ ਨਾਲ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਅੱਜ ਜਿਹੜੇ ਹਾਲਾਤ ਪੰਜਾਬ ਦੇ ਬਣਦੇ ਜਾ ਰਹੇ ਨੇ, ਇਹ ਮੁੜ ਕੇ ਉਸੇ ਹਾਲਾਤ ਵਿੱਚ ਨਾ ਅਸੀਂ ਫਸ ਜਾਈਏ ਜਿਹੜੇ ਹਾਲਾਤ ਵਿੱਚ 1982-84 ਤੇ ਬਲੂ ਸਟਾਰ ਆਪਰੇਸ਼ਨ ਤੇ ਉਸ ਤੋਂ ਬਾਅਦ 84 ਦੇ ਜਿਹੜੀ ਨਸਲਕੁਸ਼ੀ ਹੋਈ ਪੰਜਾਬ ਤੋਂ ਬਾਹਰ, ਉਹ ਜਿਹੜੀ ਹੈ ਉਹ ਬਰਦਾਸ਼ਤ ਤੋਂ ਬਾਹਰ ਹੋਏਗੀ। ਉਹ ਬੜਾ ਚਿੰਤਾਜਨਕ ਹਾਲਾਤ ਪੈਦਾ ਹੋਣਗੇ। ਜਿਹੜੇ ਹਾਲਾਤ ਤੇ ਧਰਮ ਦੇ ਜਿਸ ਤਰ੍ਹਾਂ ਦੀ RSS ਦੀ ਤੇ ਖਾਸ ਤੌਰ ਤੇ ਸੰਘ ਦੀ ਸੋਚ ਚੱਲ ਰਹੀ ਹੈ, ਹਿੰਦੂ ਰਾਸ਼ਟਰ ਚੋਂ ਕੀ ਨਿਕਲੇ? ਖਾਲਿਸਤਾਨੀ ਇਸ਼ੂ ਖੜਾ ਹੋ ਗਿਆ, ਸਿੱਖ ਰਾਜ ਦਾ ਇਸ਼ੂ। ਉਸ ਤੋਂ ਪਹਿਲਾਂ ਤਾਂ ਨਹੀਂ ਸਿੱਖ ਰਾਜ ਦਾ ਇਸ਼ੂ ਆ ਰਿਹਾ ਸੀ। ਜਦੋਂ ਦਾ ਹਿੰਦੂ, ਮੈਂ ਕਿਸੇ ਕੋਲ ਪੁੱਛਿਆ RSS ਵਾਲਿਆਂ ਕੋਲ ਕਿ ਹਿੰਦੂ ਰਾਸ਼ਟਰ ਦਾ ਤੁਸੀਂ ਉਹ ਮੈਪ ਹੀ ਤਿਆਰ ਕਰ ਦਿਓ, ਕਿਹੜੀ ਸਟੇਟਾਂ ਤੁਹਾਡੇ ਹਿੰਦੂ ਰਾਸ਼ਟਰ 'ਚ ਹੋਣਗੀਆਂ, ਉਹੀ ਤਿਆਰ ਕਰ ਦਿਓ, ਨਕਸ਼ਾ ਤਾਂ ਦੱਸ ਦਿਓ। ਨਕਸ਼ਾ ਜਿਵੇਂ ਦੱਸੋਗੇ 15 ਸਟੇਟਾਂ ਖੜੀਆਂ ਹੋ ਜਾਣਗੀਆਂ, 15 ਰਾਜ ਬਣ ਜਾਣਗੇ। ਤੁਸੀਂ ਕੀ ਚਾਹੁੰਦੇ ਹੋ ਕਿ ਦੇਸ਼ ਵੰਡਿਆ ਜਾਏ? ਸਿੱਖਾਂ ਨੇ ਤੇ ਮੁਸਲਮਾਨਾਂ ਨੇ ਇਸ ਦੇਸ਼ ਨੂੰ ਭਾਰਤ ਬਣਾਉਣ ਵਿੱਚ ਕੁਰਬਾਨੀਆਂ ਕੀਤੀਆਂ। ਸਰਦਾਰ ਹੁਕਮ ਸਿੰਘ ਜੀ ਕਹਿੰਦੇ ਹੁੰਦੇ ਸਨ, ਜਦ ਤੱਕ ਸਿੱਖ ਤੇ ਮੁਸਲਮਾਨ ਇਸ ਦੇਸ਼ ਦਾ ਹਿੱਸਾ ਨੇ, ਇਸ ਦੇਸ਼ ਨੂੰ ਕੋਈ ਹਿੰਦੂ ਰਾਸ਼ਟਰ ਨਹੀਂ ਬਣਾਇਆ ਜਾ ਸਕਦਾ। ਇਸ ਕਰਕੇ ਮੈਂ ਮੁਸਲਮਾਨਾਂ ਨੂੰ ਵੀ ਤੇ ਸਿੱਖਾਂ ਨੂੰ ਬਾਰ-ਬਾਰ ਅਪੀਲ ਕੀਤੀ ਕਿ ਇਹ ਸਾਡਾ ਦੇਸ਼ ਹੈ, ਅਸੀਂ ਇੱਥੇ ਕੁਰਬਾਨੀਆਂ ਦਿੱਤੀਆਂ ਨੇ, ਅਸੀਂ ਇਹਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ। ਹੁਣ ਸਾਨੂੰ ਕੋਈ ਕਹੇ ਕਿ ਤੁਸੀਂ ਪਾਕਿਸਤਾਨ ਚਲੇ ਜਾਓ ਜਾਂ ਤੁਸੀਂ ਕਿਤੇ ਹੋਰ ਚਲੇ ਜਾਓ, ਅਸੀਂ ਨਾ ਕਿਸੇ ਨੂੰ ਇਜਾਜ਼ਤ ਦੇ ਸਕਦੇ ਹਾਂ, ਨਾ ਇਹ ਕਹਿਣ ਦਾ ਕਿਸੇ ਨੂੰ ਹਿੰਮਤ ਦੇ ਸਕਦੇ ਹਾਂ ਕਿ ਉਹ ਇਹੋ ਜਿਹੀ ਗੱਲਾਂ ਕਰੇ। ਇਹ ਦੇਸ਼ ਸਾਰਾ ਸਭ ਦਾ ਹੈ। ਇਹਦੇ 'ਚ ਭਾਵੇਂ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਤੇ ਚਾਹੇ ਆਸਤਿਕ ਹੈ ਤੇ ਨਾਸਤਿਕ ਹੈ। ਇਹ ਸਾਰਿਆਂ ਦੇ ਦੇਸ਼ ਹੈ। ਅਸੀਂ ਇਸ ਨੂੰ ਇੱਕ ਬਣਾਉਣਾ ਤੇ ਇਹ ਜ਼ਿੰਮੇਵਾਰੀ ਜੇ ਸਰਦਾਰ ਹੁਕਮ ਸਿੰਘ ਜੀ ਦੇ ਅਨੁਸਾਰ ਇਹ ਮੈਂ ਗੱਲ ਕਹਿ ਰਿਹਾ ਕਿ ਸਿੱਖ ਤੇ ਮੁਸਲਮਾਨ ਦੇ ਉੱਤੇ ਬਹੁਤ ਜ਼ਿਆਦਾ, ਕਿਉਂਕਿ ਅੱਜ ਪਿਛਲੇ 40 ਸਾਲ ਤੋਂ ਜਾਂ ਟਾਰਗੇਟ ਸਿੱਖ ਹੋਇਆ ਜਾਂ ਮੁਸਲਮਾਨ ਟਾਰਗੇਟ ਹੋਇਆ। ਇਹਦੀ ਮੈਨੂੰ ਚਿੰਤਾ ਵੀ ਹੈ, ਇਹਦੇ ਮੈਨੂੰ ਫਿਕਰ ਹੈ। ਕੋਈ ਹੋਰ ਸਵਾਲ ਕਰਨਾ ਚਾਹੋਗੇ? ਸੋ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ, ਕੁਝ ਦਿਨ ਪਹਿਲੇ ਜਿਹੜਾ ਕਿ ਅਮਰਿਤਪਾਲ ਸਿੰਘ ਜੀ ਇੱਥੇ ਆਏ ਸੀਗੇ ਗੁਰਦੁਆਰਾ ਮਾਡਲ ਟਾਊਨ ਤੋਂ, ਜਿਹੜੀਆਂ ਕੁਰਸੀਆਂ ਕੱਢ ਕੇ ਸਾੜੀਆਂ ਵਾ, ਉਹਨੂੰ ਤੁਸੀਂ ਕਿ ਸਹੀ ਮੰਨਦੇ? ਨਹੀਂ, ਮੈਂ ਬਿਲਕੁਲ ਇਸ ਬਾਤ ਨੂੰ, ਮੈਂ ਤਾਂ ਕਹਿੰਦਾ ਕਿ ਅਕਾਲ ਤਖਤ ਜਥੇਦਾਰ ਦੀ ਡਿਊਟੀ, ਉਹਦੀ ਜ਼ਿੰਮੇਵਾਰੀ ਹੈ ਕਿ ਉਹਦੇ ਤੇ ਆਪਣਾ ਹੁਕਮਨਾਮਾ ਜਾਰੀ ਕਰਨ। ਇਹ ਕਿਹੜਾ ਤਰੀਕਾ ਹੈ ਕਿ ਕਿਹੜਾ ਉੱਠੇ, ਜੇ ਮੈਂ ਉੱਠਾਂ ਤੇ ਮੈਂ ਜਾ ਕੇ ਕਿਤੇ ਹੋਰ ਕਰ ਦਿਆਂ, ਦੂਸਰਾ ਉੱਠੇ ਦੂਸਰਾ ਹੋਰ। ਨਹੀਂ, ਪਰ ਇੱਕ ਹੁਕਮਨਾਮਾ ਸਾਹਿਬ ਤੇ 2013 ਦੇ ਵਿੱਚ ਜਾਰੀ ਹੋਇਆ ਪਿਆ ਵੀ ਕਿਸੇ ਵੀ ਗੁਰੂ ਘਰ ਦੇ ਅੰਦਰ ਜਿਹੜੀਆਂ ਕੁਰਸੀਆਂ ਨੇ ਉਹ ਨਹੀਂ ਲਗਾਉਣੀਆਂ ਚਾਹੀਦੀਆਂ। ਮੈਂ 2013 ਦੇ ਹੁਕਮਨਾਮੇ ਦੇ ਸੰਦਰਭ ਵਿੱਚ ਹੀ ਮੈਂ ਤੁਹਾਡੇ ਸਾਹਮਣੇ ਗੱਲ ਕਰ ਰਿਹਾ। ਸਿੱਖ ਰਹਿਤ ਮਰਿਆਦਾ ਨੂੰ ਧਿਆਨ ਨਾਲ ਸਮਝਣਾ ਚਾਹੀਦਾ ਤੇ ਪੜ੍ਹਨਾ ਚਾਹੀਦਾ। ਉੱਥੇ ਗੁਰਮਤ ਰਹਿਣੇ ਦੀ ਬਾਤ ਕੀਤੀ ਗਈ। ਬਾਤ ਸਿੱਖ ਰਹਿਤ ਮਰਿਆਦਾ ਜੀ ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਸਿੱਖ ਰਹਿਤ ਮਰਿਆਦਾ ਬਣਾਈ, ਉਹਦੇ ਵਿੱਚ ਵੀ ਕੁਰਸੀਆਂ ਦਾ ਸਵਾਲ ਸੀ। ਇਹ ਨਹੀਂ ਕਿ ਕੁਰਸੀਆਂ ਦਾ ਸਵਾਲ ਨਵਾਂ ਕਰਾ, ਪਰ ਕੁਰਸੀਆਂ ਦਾ ਸਵਾਲ ਇਸ ਕਰਕੇ ਹੋਇਆ ਕਿ ਜਦੋਂ ਸਾਡੀ ਉਮਰ 50 ਸਾਲ ਦੇ ਥੱਲੇ ਦਾ, ਐਵਰੇਜ ਉਮਰ 50 ਸਾਲ ਦੇ ਥੱਲੇ ਦੀ, ਅੱਜ ਉਮਰ 70 ਤੇ 80 ਦੇ ਵਿਚਕਾਰ, ਉਹਨਾਂ ਬੰਦਿਆਂ ਨੂੰ ਤੁਸੀਂ ਅਗਰ ਉਹ ਲਾਸਟ ਵਿੱਚ ਬੈਠ ਕੇ ਉਹ ਕੋਈ ਬੇਪਤੀ ਨਹੀਂ, ਬੇਇੱਜ਼ਤ ਨਹੀਂ ਕਰ ਰਹੇ, ਕੋਈ ਸਨਮਾਨ ਦੇ ਉੱਤੇ ਕੋਈ ਫਰਕ ਨਹੀਂ ਪਾ ਰਹੇ। ਅਗਰ ਇਹ ਹਾਲਾਤ ਨੇ ਤੇ ਅਗਰ ਸਾਡੀ ਇਹ ਕਿ ਸਿੱਖ ਰਹਿਤ ਮਰਿਆਦਾ ਕੋਈ ਗੁਰੂਆਂ ਨੇ ਸਥਾਪਿਤ ਨਹੀਂ ਕੀਤੀ। ਸਿੱਖ ਮਰਿਆਦਾ ਤਾਂ
ਸਾਡੇ ਹੀ ਸਿੱਖਾਂ ਨੇ ਪੰਥਕ ਤੌਰ ਦੇ ਉੱਤੇ ਜਿਹਦੇ ਉੱਤੇ 13 ਸਾਲ ਲੱਗੇ। ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਵੇਲੇ ਦੇ ਸਾਡੇ ਬਜ਼ੁਰਗ ਕਿਤੇ ਸਮਝਦਾਰ ਸਨ ਜਿਨ੍ਹਾਂ ਨੇ ਸਿੱਖ ਰਹਿਤ ਮਰਿਆਦਾ ਕੰਡਕਟ ਕੀਤੀ। ਅੱਜ ਵੀ ਅਗਰ ਉਹਦੇ 'ਚ ਇਹ ਲੋੜ ਹੈ, ਅਗਰ ਇਹਦੀ ਜ਼ਰੂਰਤ ਹੈ, ਸਾਨੂੰ ਇਹਦੇ ਉੱਤੇ ਵਿਚਾਰ ਕਰਨਾ ਚਾਹੀਦਾ। ਸਾਨੂੰ ਇਹਦੇ ਵਿਚਾਰ ਕਰਕੇ ਫੈਸਲਾ ਲੈਣਾ ਚਾਹੀਦਾ ਕਿ ਇਹ ਨਹੀਂ ਹੈ ਕਿ ਕਿਸੇ ਗੁਰਦੁਆਰੇ 'ਚ ਗਏ ਤੇ ਉੱਥੇ ਕੁਰਸੀਆਂ ਕੱਢੀਆਂ, ਉਹਨੂੰ ਸਾੜਤਾ, ਉਹਨੂੰ ਇਹ ਕਰਤਾ। ਇਹ ਤੁਹਾਡਾ, ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਇਹ ਪ੍ਰਸਤਾਵ ਰੱਖੋ ਕਿ ਐਸਾ ਇਹ ਹੋਣਾ ਚਾਹੀਦਾ ਤਾਂ ਕਿ ਉਹ ਹੱਲ ਕੋਈ ਨਿਕਲੇ। ਇਹਦੇ ਹੱਲ ਤਾਂ ਨਿਕਲਣੇ ਚਾਹੀਦੇ ਨਾ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਦੇ ਜਿੱਥੇ ਜਾਓ ਤਾਂ ਤੁਸੀਂ ਆਪਣਾ ਕੰਮ ਕਰ ਲਓ, ਉਹਦੇ ਹਾਲਾਤ ਤਾਂ ਫਿਰ ਟਕਰਾਰ ਦੇ ਹਾਲਾਤ ਪੈਦਾ ਹੋਣ। ਬਹੁਤ ਸ਼ੁਕਰੀਆ ਤੁਹਾਡਾ ਸਭ ਦਾ। ਸਮਝਦੇ ਹਾਂ ਕਿ ਇਹ ਅੱਜ ਦਾ ਬਹੁਤ ਜ਼ਰੂਰੀ ਹੈ ਤੇ ਜੋ ਤੇ ਮੈਂ ਸਮਝਦਾ ਕਿ ਤੁਹਾਡੇ ਅਪੀਲ ਹੈ ਕਿ ਇਸ ਨੂੰ ਤੁਸੀਂ ਆਪਣੇ ਮਾਧਿਅਮ ਰਾਹੀਂ